ਚੈਨਲ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਕਹਾਣੀਕਾਰਾ ਬਲਵੀਰ ਕੌਰ ਰਿਹਲ ਤੁਹਾਡੇ ਲਈ ਲੈ ਕੇ ਹਾਜ਼ਰ ਹੋਈ ਹਾਂ ਕਹਾਣੀ ਬਾਪੂ ਦਾ ਇੰਜੀਨੀਅਰ ਪੁੱਤ। ਸੋ ਆਓ ਆਨੰਦ ਮਾਣੀਏ ਕਹਾਣੀ ਬਾਪੂ ਦਾ ਇੰਜੀਨੀਅਰ ਪੁੱਤ। ਮੈਂ ਜਦੋਂ ਉੱਚੀਆਂ ਬਿਲਡਿੰਗਾਂ ਵੱਲ ਨਜ਼ਰ ਮਾਰ ਕੇ ਵੇਖਦਾ ਹਾਂ, ਲੱਗਦਾ ਉਚਾਈ ਨੂੰ ਵੇਖਦਿਆਂ ਸਾਰ ਹੀ ਮੇਰੀ ਪੱਗ ਲੈ ਜਾਵੇਗੀ। ਪੱਗ ਨੂੰ ਬਚਾਉਣ ਲਈ ਇੱਕ ਹੱਥ ਮੈਂ ਪੱਗ ਦੇ ਪਿੱਛੇ ਰੱਖਦਾ ਹਾਂ, ਇੱਕ ਹੱਥ ਮੈਂ ਆਪਣੇ ਮੱਥੇ ਤੇ ਰੱਖ ਕੇ ਅੱਖਾਂ ਨੂੰ ਧੁੱਪ ਤੋਂ ਬਚਾਉਂਦਾ ਇਹਨਾਂ ਅਸਮਾਨ ਨੂੰ ਛੂੰਹਦੀਆਂ ਬਿਲਡਿੰਗਾਂ ਦੀ ਉਚਾਈ ਨਾਪਣ ਦੀ ਕੋਸ਼ਿਸ਼ ਕਰਦਾ ਹਾਂ। ਕੁਝ ਹੀ ਸਾਲਾਂ ਵਿੱਚ ਇਹ ਸੁਪਨਮਈ ਬਿਲਡਿੰਗਾਂ ਪੰਜਾਬ ਵਿੱਚ ਖੁੰਬਾਂ ਵਾਂਗ ਉੱਗ ਆਈਆਂ ਹਨ। ਬਹੁਤ ਕੁਝ ਨਿਗਲ ਕੇ ਹੁਣ ਇਹ ਬਿਲਡਿੰਗਾਂ ਲੋਕਾਂ ਨੂੰ ਵੱਡੇ ਸੁਪਨੇ ਵੇਚਦੀਆਂ ਹਨ, ਡਾਕਟਰ, ਇੰਜੀਨੀਅਰ ਤੇ ਪਤਾ ਨਹੀਂ ਹੋਰ ਕੀ ਕੁਝ ਬਣਾਉਣ ਦੇ। ਇੱਥੇ ਥੋੜੀ ਮਾੜੀ ਮੋਟੀ ਬਿਲਡਿੰਗ ਲੈ ਕੇ ਰੁਜ਼ਗਾਰ ਚਲਾਉਣਾ ਖਾਲਾ ਜੀ ਦਾ ਵਾੜਾ ਨਹੀਂ, ਰੁੱਗਾਂ ਦੇ ਰੁੱਗ ਲੱਗਦੇ ਹਨ ਪੈਸਿਆਂ ਦੇ। ਨਾਲੇ ਬਲੈਕ ਮਨੀ ਨੂੰ ਚਿੱਟਾ ਕਰਨਾ ਆਸਾਨ। ਵਿੱਦਿਆ ਦੇਣ ਤੋਂ ਵੱਡਾ ਦਾਨ ਕੋਈ ਨਹੀਂ। ਵਿਦਿਅਕ ਅਦਾਰੇ ਤਾਂ ਕਰ ਦੇ ਦਾਇਰੇ ਹੇਠ ਆਉਂਦੇ ਹੀ ਨਹੀਂ। ਹਰੇਕ ਛੋਟਾ ਵੱਡਾ ਮੰਤਰੀ ਸਾਈਡ ਬਿਜ਼ਨਸ ਵਿਦਿਅਕ ਅਦਾਰਾ ਚਲਾ ਕੇ ਕਰ ਰਿਹਾ। ਨਾਲੇ ਸਮਾਜ ਸੇਵਾ, ਨਾਲੇ ਪੁੰਨ, ਨਾਲੇ ਫਲੀਆਂ ਵਾਲੀ ਗੱਲ ਹੈ। ਮੇਰੇ ਵੀ ਮਨ ਵਿੱਚ ਆਉਂਦਾ, ਕਾਸ਼ ਮੈਂ ਕਿਸੇ ਮੰਤਰੀ ਦੇ ਘਰ ਜੰਮਿਆ ਹੁੰਦਾ, 5-7 ਪੁਸ਼ਤਾਂ ਐਸ਼ ਕਰਦੀਆਂ। ਪਰ ਮੇਰੇ ਅੱਤ ਭਾਗ ਕਿੱਥੇ। ਲੋਕ ਝੋਲਿਆਂ ਦੇ ਝੋਲੇ ਭਰ ਕੇ ਇੱਧਰ ਨੂੰ ਨੱਠੇ ਆਉਂਦੇ ਹਨ। ਬਸ ਪੰਜਾਬ ਤਾਂ ਹੁਣ ਪੜਾਕੂਆਂ ਦੀ ਮੰਡੀ ਬਣ ਗਿਆ ਹੈ। ਮੇਰੇ ਮਾਂ-ਬਾਪ ਦਾ ਵੀ ਸੁਪਨਾ ਸੀ ਮੈਂ ਇੰਜੀਨੀਅਰ ਬਣਾ, ਪਰ ਪਾਪੇ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਬਹੁਤ ਪਾਪੜ ਵੇਲੇ। ਕਦੇ ਰੇਤੇ ਵਾਲੇ ਚੋ ਵਿੱਚੋਂ ਰੇਤਾ ਵੇਚਦਾ, ਕਦੇ ਟਾਲੀਆਂ ਵੇਚ ਦਿੰਦਾ। ਸਾਰੀ ਉਮਰ ਆਪ ਵੀ ਮਿਹਨਤ ਕਰਦਾ ਰਿਹਾ। ਆ ਰੇਤਾ ਵਾਲੇ ਖੇਤ ਤਾਂ ਹੁਣ ਸਰਕਾਰੀ ਮਾਫੀਏ ਦੇ ਅੜਿੱਕੇ ਆ ਗਏ। ਹੁਣ ਇਹਨਾਂ ਖੇਤਾਂ ਤੇ ਪਾਪੇ ਦੀ ਮਰਜ਼ੀ ਨਹੀਂ ਚੱਲਦੀ। ਭੂ ਮਾਫੀਆ ਸਰਕਾਰ ਦੀ ਹਿੱਸਾ ਪੱਤੀ ਨਾਲ ਚੱਲਦਾ ਹੈ। ਬੀਬੀ ਨੇ ਵੀ ਮੇਰੀ ਪੜ੍ਹਾਈ ਵਿੱਚ ਪੂਰਾ ਯੋਗਦਾਨ ਪਾਇਆ। ਉਹ ਵੀ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਈ ਰਹਿੰਦੀ। ਕਦੇ ਦੁੱਧ ਵੇਚ ਲਿਆ, ਕਦੇ ਘੀ ਵੇਚ ਲਿਆ। ਮੇਰੇ ਮਾਂ-ਬਾਪ ਦਾ ਸੁਪਨਾ ਸੀ ਮੈਂ ਆਪਣੀ ਧਰਤੀ ਤੇ ਹੀ ਰਹਿ ਕੇ ਦੇਸ਼ ਸੇਵਾ ਕਰਾਂ, ਪਰ ਮੇਰੇ ਨਾਲ ਦੇ ਸਾਥੀ ਤਾਂ ਲੱਗਦੇ ਹੱਥ ਹੀ ਵਿਦੇਸ਼ ਉਡਾਰੀ ਮਾਰ ਗਏ ਤੇ ਕਈ ਨੋਇਡਾ ਵਰਗੇ ਸ਼ਹਿਰਾਂ ਵਿੱਚ ਸੈੱਟ ਹੋ ਗਏ। ਪ੍ਰਵਾਸੀ ਬਣੇ ਕੁਝ ਸਾਥੀ ਪਹਿਲਾਂ ਤਾਂ ਫੋਨ ਕਰ ਲੈਂਦੇ ਸਨ, ਪਰ ਹੁਣ ਕਦੇ ਫੋਨ ਨਹੀਂ ਆਇਆ। ਕਈਆਂ ਦੀਆਂ ਤਾਂ ਕੋਠੀਆਂ ਵਿੱਚ ਭਈਏ ਮੌਜਾਂ ਲੈਂਦੇ ਹਨ ਤੇ ਕਈਆਂ ਦੇ ਮਾਂ-ਬਾਪ ਉਡੀਕ ਵਿੱਚ ਹੀ ਬੁੱਢੇ ਹੋ ਗਏ। ਮੇਰੇ ਮਨ ਨੂੰ ਤਸੱਲੀ ਹੈ, ਮੈਂ ਆਪਣੇ ਮਾਂ-ਬਾਪ ਕੋਲ ਤਾਂ ਹਾਂ, ਪਰ ਉਹਨਾਂ ਨੂੰ ਕਦੇ ਢੰਗ ਦੀ ਕੋਈ ਚੀਜ਼ ਨਹੀਂ ਲੈ ਕੇ ਦੇ ਹੁੰਦੀ। ਮਕਾਨ ਤਾਂ ਨਵਾਂ, ਮੈਂ ਕੀ ਬਣਾਉਣਾ ਸੀ। ਮੇਰੇ ਨਾਲ 10ਵੀਂ ਤੱਕ ਪੜ੍ਹਦਾ ਨਿੰਦੀ ਪੜ੍ਹਾਈ ਛੱਡ ਕੇ ਛੋਟੇ ਮੁਲਕ ਚਲਿਆ ਗਿਆ ਸੀ। ਹੁਣ ਕੋਠੀ ਪਾ ਰਿਹਾ। ਪਾਪਾ ਜਦੋਂ ਵੀ ਉਹਦੀ ਬਣ ਰਹੀ ਕੋਠੀ ਕੋਲੋਂ ਲੰਘ ਕੇ ਆਉਂਦਾ ਤਾਂ ਆ ਕੇ ਮੈਨੂੰ ਤਾਣੇ ਮਾਰਦਾ। ਮੇਰਾ ਸੀਨਾ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਨੇ ਛਲਣੀ ਕੀਤਾ ਹੋਇਆ ਤੇ ਉੱਪਰੋਂ ਪਾਪਾ। ਵਿਦੇਸ਼ ਗਏ ਮੇਰੇ ਦੋਸਤ ਕਦੇ ਵਾਪਸ ਨਹੀਂ ਪਰਤੇ। ਮੈਨੂੰ ਉਹਨਾਂ ਨੇ ਕਿੱਥੇ ਮਿਲਣਾ। ਉਹਨਾਂ ਨੂੰ ਤਾਂ ਪੈਸੇ ਦੀ ਦੌੜ ਨੇ ਖਾ ਲਿਆ। ਵਿਦੇਸ਼ ਬੈਠੇ ਜਿੰਨੀ ਕੁ ਕਮਾਈ ਕਰਦੇ ਹਨ, ਉਨੀਆਂ ਕੁ ਕਿਸ਼ਤਾਂ ਦੇ ਪਹਿਲਾਂ ਹੀ ਦੇਣਦਾਰ ਹੁੰਦੇ ਆ। ਮਾਇਆ ਨਗਰੀ ਵੀ ਇੱਕ ਖੂਬਸੂਰਤ ਸੁਪਨ ਮਹਿਲ ਹੈ। ਅਗਾਂਹ ਹੋਰ ਲਾਲਸਾ ਵੱਧਦੀ ਹੀ ਜਾਂਦੀ ਹੈ। ਇੱਕ ਖਿਡੌਣਾ ਖਰੀਦਿਆ, ਅਗਾਂਹ ਹੋਰ ਲਾਲਸਾ ਜਾਗ ਪਈ। ਹੁਣ ਤਾਂ ਮੈਂ ਆਪਣੇ ਨਰਮੋਹੇ ਦੋਸਤਾਂ ਨੂੰ ਯਾਦ ਕਰਨਾ ਹੀ ਛੱਡ ਦਿੱਤਾ ਹੈ। ਆਉਂਦੇ ਹੋਏ ਸਮਾਨ ਲੈ ਆਇਓ, ਮੇਰੀ ਪਤਨੀ ਘਰੋਂ ਤੁਰਨ ਲੱਗੇ ਨੂੰ ਪਿੱਛੋਂ ਹਾਕ ਮਾਰਦੀ ਹੈ। ਲਿਸਟ ਤਾਂ ਕਈ ਦਿਨਾਂ ਦੀ ਫੜਾਉਂਦੀ ਹੈ, ਪਰ ਸਮਾਨ ਹੀ ਘਰ ਨਹੀਂ ਆਉਂਦਾ। ਬਿਲਡਿੰਗਾਂ ਨੂੰ ਵੇਖਦਾ ਮੈਂ ਕਲਾਸਰੂਮ ਵਿੱਚ ਰਜਿਸਟਰ ਲੈ ਕੇ ਦਾਖਲ ਹੁੰਦਾ ਹਾਂ। ਕਲਾਸਾਂ ਵਿੱਚ ਹਾਜ਼ਰੀ ਦਿਨੋਂ ਦਿਨ ਘਟ ਰਹੀ ਹੈ। ਜਿਹੜੇ 20% ਬੱਚੇ ਹਾਜ਼ਰ ਹੁੰਦੇ ਆ, ਇਹਨਾਂ ਨੂੰ ਵੀ ਸਾਂਭ ਰੱਖਣਾ ਪੈਂਦਾ, ਕਿਤੇ ਇਹ ਵੀ ਨਾ ਨੱਠ ਜਾਣ।
ਆ ਜਿਹੜੇ ਅਮੀਰ ਘਰਾਂ ਦੇ ਕਾਕੇ ਗੈਰ ਹਾਜ਼ਰ ਰਹਿੰਦੇ ਹਨ, ਇਹਨਾਂ ਨੇ ਵੱਧ ਪੈਸੇ ਦੇ ਕੇ ਹਾਜ਼ਰੀ ਪੂਰੀ ਕਰਵਾ ਕੇ ਪੇਪਰ ਪਾ ਦੇਣੇ ਹਨ। ਤੁਸੀਂ ਰਾਜ ਤਾਂ ਸਮਝੇ ਨਹੀਂ। ਇਹਨਾਂ ਦੇ ਨਾ ਆਉਣ ਦਾ ਫਾਇਦਾ ਵੀ ਮੈਨੇਜਮੈਂਟ ਨੂੰ ਹੀ ਹੁੰਦਾ ਹੈ। 55% ਗੈਰ ਹਾਜ਼ਰੀ ਦਾ ਨਫਾ ਤਾਂ ਮੈਨੇਜਮੈਂਟ ਨੂੰ ਹੀ ਹੈ। ਬਾਕੀ ਹਾਜ਼ਰੀਆਂ ਪੈਸਿਆਂ ਨੇ ਆਪੇ ਪੂਰੀਆਂ ਕਰ ਦੇਣੀਆਂ ਹਨ। ਹੋ ਗਈ ਹਾਜ਼ਰੀ 75%। ਵਿਦਿਆਰਥੀਆਂ ਤਾਂ ਮਾਂ-ਬਾਪ ਦੇ ਸਿਰ ਤੇ ਰਾਜੇ ਬਣੇ ਫਿਰਦੇ ਆ। ਵੱਡੀਆਂ ਵੱਡੀਆਂ ਬਿਲਡਿੰਗਾਂ ਵਿੱਚ ਦਾਖਲ ਹੋ ਕੇ, ਵੱਡੇ ਵੱਡੇ ਸਾਈਲੈਂਸਰ ਲਾ ਕੇ, ਮਹਿੰਗੀਆਂ ਗੱਡੀਆਂ ਵਿੱਚ ਓਰੀਜਨਲ ਰੇਵਨ ਦੀਆਂ ਐਨਕਾਂ ਲਾ ਕੇ ਆਇਆਂ ਦੀ ਟੌਰ ਨਹੀਂ ਪਾਈ ਜਾਂਦੀ। ਮਹਿੰਗੇ ਫੋਨ, ਮਹਿੰਗੀਆਂ ਬ੍ਰਾਂਡਡ ਡਰੈਸਾਂ ਆ ਕੇ ਸਾਰਾ ਦਿਨ ਚੈਟਿੰਗ ਕਰਦੇ ਆ। ਕਾਕਾ ਦੇਖ ਕੇ ਤਾਂ ਤੁਰ। ਮੁੰਡਾ ਫੋਨ ਤੇ ਟਿਕ ਟਿਕ ਕਰਦਾ ਜਾ ਰਿਹਾ। ਮਸੀਂ ਮੇਰੇ ਵਿੱਚ ਵੱਜਣੋਂ ਬਚਿਆ। ਮੇਰੇ ਮੂੰਹ ਵਿੱਚ ਹੀ ਗੱਲ ਰਹਿ ਗਈ, ਪਿਓ ਦਾ ਵੱਡਾ ਇੰਜੀਨੀਅਰ ਪੁੱਤ। ਅੱਜ ਘਰ ਵਾਲੀ ਨੇ ਰਾਸ਼ਨ ਦੀ ਲਿਸਟ ਤੁਰਨ ਵੇਲੇ ਦਿੱਤੀ ਸੀ। ਆ ਵੱਡੀਆਂ ਬਿਲਡਿੰਗਾਂ ਵਾਲਿਆਂ ਨੇ ਤਨਖਾਹ ਤਾਂ 6-6 ਮਹੀਨੇ ਹੋ ਗਏ ਦਿੱਤੀ ਹੀ ਨਹੀਂ। ਉਹ ਮੇਰੇ ਨਾਲ ਰੋਜ਼ ਲੜਦੀ ਹੈ। ਉਹ ਤਾਂ ਲੜੂਗੀ ਹੀ। ਮੈਂ ਉਹਨੂੰ ਪੂਰੇ ਮਹੀਨੇ ਦਾ ਰਾਸ਼ਨ ਵੀ ਨਹੀਂ ਲਿਜਾ ਕੇ ਦੇ ਸਕਦਾ। ਉੱਪਰੋਂ ਬੱਚਿਆਂ ਦੇ ਸਕੂਲ ਦੀਆਂ ਫੀਸਾਂ ਵੀ ਅੜੀਆਂ ਹੀ ਰਹਿੰਦੀਆਂ, ਕਦੇ ਵੇਲੇ ਸਿਰ ਦੇ ਹੀ ਨਹੀਂ ਹੁੰਦੀਆਂ। ਮੇਰੀ ਪਤਨੀ ਇੱਕ ਵਾਰੀ ਬਾਜ਼ਾਰ ਵਿੱਚੋਂ ਲੰਘ ਆਵੇ, ਉਹਦੇ ਦਿਮਾਗ ਵਿੱਚ ਸੂਟਾਂ ਦੀ ਪੂਰੀ ਸਕਰੀਨਿੰਗ ਹੋ ਜਾਂਦੀ ਹੈ। ਕਿਹੜੀ ਦੁਕਾਨ ਦੇ ਬਾਹਰ ਕਿਹੜਾ ਸੋਹਣਾ ਸੂਟ ਡਿਸਪਲੇ ਤੇ ਲਾਇਆ ਹੈ। ਕਿਸੇ ਵਿਆਹ ਪਾਰਟੀ ਤੇ ਤਾਂ ਮੈਂ ਜਾ ਕੇ ਖੁਸ਼ ਹੀ ਨਹੀਂ ਹਾਂ। ਮੇਰੀ ਪਤਨੀ ਵਾਰ-ਵਾਰ 1-2 ਸੂਟ ਹੀ ਪਾ ਕੇ ਜਾਣਾ ਚੰਗਾ ਨਹੀਂ ਸਮਝਦੀ। ਘਰ ਮੁੜਦਿਆਂ ਹੀ ਕਲੇਸ਼ ਸ਼ੁਰੂ ਹੋ ਜਾਂਦਾ ਹੈ। ਰਹੀ ਗੱਲ ਘਰ ਵਾਲੀ ਨੂੰ ਨਵੇਂ-ਨਵੇਂ ਫੈਸ਼ਨ ਦੇ ਸੂਟ ਲੈ ਕੇ ਦੇਣ ਦੀ ਜਾਂ ਕਿਸੇ ਹਿੱਲ ਸਟੇਸ਼ਨ ਤੇ ਲਿਜਾਣ ਦੀ, ਉਹ ਮੇਰੀ ਹੈਸੀਅਤ ਨਹੀਂ। ਇੰਨੀ ਥੋੜੀ ਤਨਖਾਹ ਵਿੱਚ ਤਾਂ ਕਿਸੇ ਹੋਰ ਦੇ ਵੱਸ ਦੀ ਗੱਲ ਵੀ ਨਹੀਂ। ਅਸੀਂ ਲੋਕ ਤਾਂ ਵਿੱਦਿਆ ਦੇ ਵਪਾਰੀਆਂ ਲਈ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਹਾਂ। ਹਾਲਾਤ ਕੁਝ ਠੀਕ ਨਹੀਂ ਹਨ। ਹਰ ਪਾਸੇ ਇੱਕੋ ਹੀ ਚਰਚਾ, ਆਈਲਟਸ। ਇੱਕ ਦੌੜ ਲੱਗੀ ਹੋਈ ਹੈ ਵਿਦੇਸ਼ ਦੀ। ਬੱਚੇ ਤਾਂ ਨੱਠ ਰਹੇ ਹਨ ਆਈਲਟਸ ਸੈਂਟਰਾਂ ਵੱਲ ਨੂੰ। ਕੱਲ ਸਾਡੇ ਸਟਾਫ ਦੀ ਡਾਇਰੈਕਟਰ ਨਾਲ ਮੀਟਿੰਗ ਸੀ। ਅਗਲੇ ਸੈਸ਼ਨ ਤੱਕ ਹਰੇਕ ਮੈਂਬਰ 10-10 ਐਡਮਿਸ਼ਨਾਂ ਲੈ ਕੇ ਆਵੋ, ਨਹੀਂ ਤਾਂ ਅਗਲੇ ਸੈਸ਼ਨ ਛੁੱਟੀ। ਇਨਕਰੀਮੈਂਟ ਦੀ ਤਾਂ ਇਸ ਸਾਲ ਗੱਲ ਅਧੂਰੀ ਹੀ ਰਹਿ ਗਈ। ਮੀਟਿੰਗ ਮੁੱਕ ਗਈ। ਸਾਰੇ ਸਟਾਫ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ। ਕੁਝ ਮੈਂਬਰਾਂ ਨੇ ਤਾਂ ਘਰ ਜਾਂਦਿਆਂ ਹੀ WhatsApp ਗਰੁੱਪ ਬਣਾ ਲਏ ਤੇ ਲੋਕਾਂ ਨੂੰ ਮੈਸੇਜ ਕਰਨ ਲੱਗ ਪਏ ਤੇ ਕਈ ਰੋਜ਼ ਲੋਕਾਂ ਦੇ ਘਰਾਂ ਵਿੱਚ ਜਾ ਕੇ ਟਾਰਗੇਟ ਨੂੰ ਪੂਰਾ ਕਰਨ ਦੀਆਂ ਬਿਓਤਾਂ ਬਣਾਉਣ ਲੱਗ ਪਏ। ਹੁਣ ਮੈਂ ਆਪਣਾ ਵੀ ਐਡਮਿਸ਼ਨਾਂ ਦਾ ਕਿੱਸਾ ਸੁਣਾਉਂਦਾ ਹਾਂ। ਕੀ ਭਾਅ ਬੀਤੀ ਮੇਰੇ ਨਾਲ। ਮੈਂ ਵੀ ਘਰ ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਪਾਲਿਸੀਆਂ ਤੋਂ ਜਾਣੂ ਕਰਵਾ ਦਾਣਾ ਪਾਉਣ ਦੀ ਤਾਕ ਵਿੱਚ ਸੀ। ਹਰੇਕ ਘਰ ਵਿੱਚ ਇੱਕੋ ਹੀ ਰਟੀ ਰਟਾਈ ਮੁਹਾਰ ਨਹੀਂ ਪੜਦਾ। ਤੁਹਾਡੇ ਬੱਚੇ ਨੂੰ ਸਕਾਲਰਸ਼ਿਪ ਮਿਲ ਜਾਣੀ ਹੈ, ਬਸ ਦਾਖਲਾ ਲੈਣ ਦੀ ਜ਼ਰੂਰਤ ਹੈ। ਮੈਂ ਜਿਸ ਘਰ ਵਿੱਚ ਦਾਖਲ ਹੋਣ ਜਾ ਰਿਹਾ ਹਾਂ, ਇਹਨਾਂ ਦੀ ਬੱਚੀ ਮੇਰੀ ਵਾਕਿਫ ਹੈ, ਬਹੁਤ ਹੁਸ਼ਿਆਰ ਬੱਚੀ ਹੈ। ਸਿਖਰ ਦੁਪਹਿਰਾ ਅੱਤ ਦੀ ਗਰਮੀ ਪੈ ਰਹੀ ਹੈ। ਇਸ ਬੱਚੀ ਦੀ ਮੈਂ ਦਿਲੋਂ ਮਦਦ ਕਰਨਾ ਚਾਹੁੰਦਾ ਹਾਂ। ਮੈਂ ਡੋਰਬੈਲ ਵਜਾ ਰਿਹਾ ਹਾਂ। ਕੁੜੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ। ਉਹਦੇ ਚਿਹਰੇ ਤੇ ਖੁਸ਼ੀ ਨੱਚ ਰਹੀ ਹੈ। ਆਓ ਸਰ, ਅੰਦਰ ਲੰਘ ਆਵੋ। ਲਓ ਜੀ, ਪੰਗਾ ਪੈ ਗਿਆ। ਵੜਦਿਆਂ ਸਾਰ ਹੀ ਕੁੜੀ ਦੇ ਭਰਾ ਨੇ ਮੇਰਾ ਜੋ ਸਵਾਗਤ ਕੀਤਾ। ਤੂੰ ਕੀ ਕਰਨ ਆਇਆ ਸਾਡੇ ਘਰ? ਤੈਨੂੰ ਵਿੱਚੋਂ ਕੋਈ ਕਮਿਸ਼ਨ ਮਿਲਦਾ ਹੋ। ਚਲਾ ਜਾ ਇੱਥੋਂ ਸਾਡੇ ਘਰੋਂ। ਆ ਜਾਂਦੇ ਆ ਮੂੰਹ ਚੁੱਕ ਕੇ ਨਿਆਣੇ ਵਿਗਾੜਨ। ਮੈਂ ਉਨੀ ਪੈਰੀ ਵਾਪਸ ਮੁੜ ਆਇਆ। ਮੇਰੇ ਮਨ ਵਿੱਚ ਇੱਕ ਚੜੇ ਤੇ ਇੱਕ ਉਤਰੇ। ਮੇਰਾ ਦਿਲ ਕਰਦਾ ਹੈ ਡਾਇਰੈਕਟਰ ਦੇ ਸਿਰ ਵਿੱਚ ਚੁੱਕ ਕੇ ਕੁਰਸੀ ਮਾਰਾਂ। ਸਾਲਾ ਭਈਆ ਵਿਗੜਿਆ ਪਿਆ। ਇਹ ਡਾਇਰੈਕਟਰ ਦਾ ਕਸੂਰ ਨਹੀਂ, ਮੈਨੇਜਮੈਂਟ ਬੜੀ ਖਚਰੀ ਆ। ਪੰਜਾਬੀਆਂ ਉੱਤੇ ਬਾਹਰਲੀ ਸਟੇਟ ਦਾ ਡਾਇਰੈਕਟਰ ਲਾ ਕੇ ਮੈਨੇਜਮੈਂਟ ਸਟਾਫ ਨੂੰ ਕਾਬੂ ਕਰਨਾ ਚਾਹੁੰਦੀ ਆ। ਲੋ ਤੁਹਾਨੂੰ ਮੈਨੇਜਮੈਂਟ ਦਾ ਵੀ ਕਿੱਸਾ ਲੱਗਦੇ ਹੱਥ ਸੁਣਾ ਹੀ ਦਿੰਦਾ ਹਾਂ। ਸਰਕਾਰ ਤਾਂ ਅਜਿਹੀਆਂ ਮੋਟੀਆਂ ਸਾਮੀਆਂ ਭਾਲਦੀ ਫਿਰਦੀ ਹੈ। ਇਹਨਾਂ ਮੋਟੇ ਲੋਕਾਂ ਦੇ ਹੀ ਸਿਰ ਤੇ ਤਾਂ ਸਰਕਾਰਾਂ ਚੱਲਦੀਆਂ। ਪੈਸਾ ਵੋਟਾਂ ਵੇਲੇ ਲੋਕਾਂ ਦਾ ਤੇ ਕੁਰਸੀ ਮੰਤਰੀ ਦੀ। ਵੋਟਾਂ ਵੇਲੇ ਦਿੱਤਾ ਫੰਡ ਇਹਨਾਂ ਲੋਕਾਂ ਨੇ ਵੀ ਕਾਲੇ ਮਾਲੇ ਕਰਕੇ ਹੀ ਫਾਇਦਾ ਚੁੱਕਣਾ ਹੈ। ਕਾਲੇ ਮਾਲੇ ਅੰਦਰ ਖਾਤੇ ਹੀ ਹੁੰਦੇ ਆ। ਸਟਾਫ ਦੀਆਂ ਤਨਖਾਹਾਂ
ਰਜਿਸਟਰਾਂ ਤੇ ਕੁਝ ਹੋਰ ਸਾਈਨ ਹੋ ਕੇ ਆਉਂਦੀਆਂ ਹਨ ਤੇ ਖਾਤਿਆਂ ਵਿੱਚ ਪੁੱਜਦਾ ਕੁਝ ਹੋਰ ਹੀ ਹੈ। ਕਾਲਜ ਦਾ ਮਾਲਕ 25 ਸਾਲੀ ਚੰਗਾ ਖਰਚਾ ਕਰਦਾ ਹੈ। ਪਾਰਟੀ ਨੂੰ ਜਿਤਾਉਣ ਲਈ ਸਰਕਾਰ ਸਮਝੋ ਇਹਨਾਂ ਲੋਕਾਂ ਦੀ ਹੀ ਹੈ। ਕਾਲਜ ਦਾ ਮਾਲਕ ਪੰਜਾਬ ਦੀ ਪ੍ਰਾਈਵੇਟ ਟੈਕਨੀਕਲ ਐਜੂਕੇਸ਼ਨ ਦਾ ਇਸ ਵੇਲੇ ਪ੍ਰਧਾਨ ਹੈ। ਸਰਕਾਰਾਂ ਨੇ ਫਾਇਦੇ ਦੇ ਕੇ ਹੀ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਹਨ। ਕਾਲਜ ਮਾਲਕ ਘਾਟੇ ਵਿੱਚ ਨਹੀਂ ਜਾ ਸਕਦੇ। ਇਹਨਾਂ ਨੇ ਉਹੀ ਪਾਲਿਸੀਆਂ ਲਾਗੂ ਕਰਨੀਆਂ ਹਨ ਜਿਨ੍ਹਾਂ ਨਾਲ ਮੈਨੇਜਮੈਂਟਾਂ ਨੂੰ ਕਦੇ ਘਾਟਾ ਨਾ ਪਵੇ। ਲੋਕ ਤਾਂ ਇਹਨੂੰ ਵੱਡਾ ਸੋਸ਼ਲ ਵਰਕਰ ਆਖਦੇ ਹਨ। ਸਾਲਾ ਬਣਿਆ ਫਿਰਦਾ ਸੋਸ਼ਲ ਵਰਕਰ, ਸਟਾਫ ਦੇ ਢਿੱਡ ਮੁੱਛਦਾ ਫਿਰਦਾ, ਲੋਕਾਂ ਨੂੰ ਉਪਦੇਸ਼ ਦੇਈ ਜਾਂਦਾ। ਮੈਂ ਤਾਂ ਹੋਰ ਗੱਲ ਵੀ ਸੁਣੀ ਹੈ, ਸਰਕਾਰ ਅਗਲੀ ਇਲੈਕਸ਼ਨ ਤੇ ਕੋਈ ਨਵਾਂ ਚਿਹਰਾ ਪਿੰਡ ਵਿੱਚ ਉਤਾਰਨਾ ਚਾਹੁੰਦੀ ਆ। ਇਸੇ ਕਰਕੇ ਟਿਕਟ ਦੇ ਚੱਕਰ 'ਚ ਤਲਵੇ ਚੱਟਦਾ। ਪਿਛਲੇ ਮਹੀਨੇ ਨਵਾਂ ਸਮੈਸਟਰ ਸ਼ੁਰੂ ਹੋਣਾ ਸੀ। ਪਾਲੀ ਮੇਰੇ ਕੋਲ ਆਇਆ, ਕਹਿਣ ਲੱਗਾ, ਮੇਰੀ ਬੱਚੀ ਬਹੁਤ ਹੁਸ਼ਿਆਰ ਆ, ਇਹਦੀ ਆਪਣੇ ਕਾਲਜ ਐਡਮਿਸ਼ਨ ਹੀ ਕਰਵਾ ਦੇ। ਮੈਂ ਵੀ ਉਹਨੂੰ ਸਮਝਾ ਕੇ ਭੇਜਿਆ, ਤਾਇਆ ਕੁੜੀ ਨੂੰ ਇਸ ਕਾਲਜ ਪੜਾਉਣਾ ਤੇਰੇ ਬਸ ਦੀ ਗੱਲ ਨਹੀਂ, ਇੱਥੇ ਤਾਂ ਬੁੱਕ ਰੁਪਈਆਂ ਦਾ ਲੱਗਦਾ। ਤਾਇਆ ਉਦਾਸ ਜਿਹਾ ਹੋ ਕੇ ਕੁੜੀ ਦੀ ਪੜ੍ਹਾਈ ਦੇ ਸੁਪਨੇ ਸਮੇਟਦਾ ਹੋਇਆ ਘਰ ਨੂੰ ਤੁਰ ਗਿਆ। ਕੁਝ ਦਿਨ ਪਹਿਲਾਂ ਇੱਕ ਹੋਰ ਡਰਾਮਾ ਹੋਇਆ। ਅਖਬਾਰਾਂ ਵਿੱਚ ਖਬਰਾਂ ਛਪੀਆਂ, ਬਾਹਰਲੀਆਂ ਕੰਪਨੀਆਂ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਕਾਲਜ ਆ ਰਹੀਆਂ, ਵੱਧ ਤੋਂ ਵੱਧ ਰੁਜ਼ਗਾਰ ਪ੍ਰਾਪਤ ਕਰੋ। ਰੁਜ਼ਗਾਰ ਦੇ ਨਾਂ ਤੇ ਇਹਨਾਂ ਨੇ ਵਿਦਿਆਰਥੀਆਂ ਤੋਂ ਰਜਿਸਟ੍ਰੇਸ਼ਨ ਹੜੱਪ ਕਰ ਲਈ। ਨਿਆਣੇ ਤਾਂ ਕਿਸੇ ਦੀ ਪਲੇਸਮੈਂਟ ਹੋ ਨਾ ਸਕੀ। ਮੈਂ ਤੁਹਾਨੂੰ ਪੰਜਾਬ ਟੈਕਨੀਕਲ ਬੋਰਡ ਚੰਡੀਗੜ੍ਹ ਦਾ ਵੀ ਕਿੱਸਾ ਸੁਣਾ ਹੀ ਦਿੰਦਾ ਹਾਂ। ਬਸ ਸਭ ਪਾਸੇ ਬੇੜਾ ਗਰਕਿਆ ਪਿਆ। ਸਾਰੇ ਪੇਪਰ ਇੱਥੇ ਹੀ ਚੈੱਕ ਹੁੰਦੇ ਹਨ। ਪ੍ਰੋਫੈਸਰ ਬੜੇ ਚਾਅ ਨਾਲ ਪੇਪਰ ਜਾ ਕੇ ਚੈੱਕ ਕਰਦੇ ਹਨ। ਪੈਸੇ ਖਾਤਿਆਂ ਵਿੱਚ ਸਿੱਧੇ ਹੀ ਪੈ ਜਾਂਦੇ ਹਨ। ਪਿਛਲੇ ਕੁਝ ਵਰ੍ਹਿਆਂ ਤੋਂ ਪੈਸੇ ਕਾਲਜ ਦੇ ਅਕਾਊਂਟ ਵਿੱਚ ਪੈ ਰਹੇ ਹਨ। ਕਾਲਜ ਮੈਨੇਜਮੈਂਟਾਂ ਨੇ ਵੀ ਨਵੀਂ ਪਾਲਿਸੀ ਬਣਾ ਲਈ ਹੈ। ਆਏ ਪੈਸੇ ਦਾ ਵਿਆਜ ਖਾ ਲੈਂਦੇ ਹਨ। ਹੁਣ ਤਾਂ ਹੱਦ ਹੀ ਹੋ ਗਈ। ਪੇਪਰ ਮਾਰਕ ਕਰੇ ਕੋਈ ਤੇ ਪੈਸੇ ਹੜੱਪ ਕਰਨ ਮੈਨੇਜਮੈਂਟਾਂ। ਭਲਿਓ, ਨੌਕਰੀਆਂ ਕਿਹੜਾ ਦਰਖਤਾਂ ਨਾਲ ਲਟਕਦੀਆਂ। ਬੇਰੁਜ਼ਗਾਰਾਂ ਵਿੱਚ ਪੜ੍ਹ ਲਿਖ ਕੇ ਹਾਹਾਕਾਰ ਮਚੀ ਪਈ ਆ। ਕੋਈ ਟੈਂਕੀਆਂ ਤੇ ਚੜਦਾ, ਕੋਈ ਮੰਤਰੀਆਂ ਦੀਆਂ ਕੋਠੀਆਂ ਦਾ ਘਰਾਓ ਕਰਦਾ। ਪੁਲਿਸ ਕੋਲੋਂ ਆ ਜਿਹੜੇ ਛਿੱਤਰ ਪਰੇਡ ਕਰਵਾਉਂਦੇ ਆ, ਇਹ ਤਾਂ ਪੁੱਛੋ ਹੀ ਨਾ। ਅਗਲੇ ਪੁੜੇ ਸੇਕ ਭੇਜਦੇ ਆ ਘਰਾਂ ਨੂੰ। ਮਨ ਤਾਂ ਮੇਰਾ ਕਰਦਾ ਹੈ RTI ਐਕਟ ਦੇ ਥਰੂ ਟੈਕਨੀਕਲ ਬੋਰਡ ਨੂੰ ਦੱਬ ਲਵਾਂ। ਆਪੇ ਪੁੱਛੂ ਭਈ ਕਿੱਥੇ ਗਏ ਮਾਰਕਿੰਗ ਦੇ ਪੈਸੇ। ਮੈਂ ਅਜੇ ਚੁੱਪ ਬੈਠਾ। ਜਿੱਦਣ ਮੇਰਾ ਕਿਸੇ ਹੋਰ ਪਾਸੇ ਕੰਮ ਬਣ ਗਿਆ ਉਦਣ ਕਢਵਾਉ ਮੈਂ ਆਪਣਾ ਫਸਿਆ ਹੋਇਆ ਪੈਸਾ। ਲਓ ਜੀ, ਗੱਲ ਤਾਂ ਚੱਲਦੀ ਸੀ ਐਡਮਿਸ਼ਨਾਂ ਦੀ। 3-4 ਮਹੀਨੇ ਤਨਖਾਹ ਵੀ ਮਿਲੀ, ਉਹ ਵੀ ਇੱਕ ਹੀ। ਕਦੇ ਆਖਣਗੇ ਟਾਈ ਲਾ ਕੇ ਆਵੋ, ਆਹ ਪੈਂਟ ਨਹੀਂ ਪਾਉਣੀ, ਆਹ ਜੁੱਤੀ ਨਹੀਂ ਪਾ ਸਕਦੇ। ਬੰਦਾ ਕੱਪੜੇ ਵੀ ਤਦ ਹੀ ਸਮਾਊ ਜੇ ਜੇਬ ਵਿੱਚ ਪੈਸੇ ਹੋਣਗੇ। ਇੱਕ ਤਨਖਾਹ ਦੀਆਂ ਤਾਂ ਪਹਿਲਾਂ ਹੀ ਫਕੀਆਂ ਉਡੀਆਂ ਹੁੰਦੀਆਂ। 10-15 ਹਜ਼ਾਰ ਨਾਲ ਬਣਦਾ ਹੀ ਕੀ ਆ। ਤਨਖਾਹ ਘੱਟ ਤੇ ਖਰਚਾ ਵੱਧ। ਇੱਕ ਹੋਰ ਭਾਣਾ ਵਾਪਰ ਗਿਆ। ਮੈਨੇਜਮੈਂਟ ਨੇ ਆਪਣੀ ਨੌ ਰਾਣੀ ਲਈ ਵੀ ਇੱਕ ਕੁਰਸੀ ਢਾ ਦਿੱਤੀ ਹੈ ਮੈਨੇਜਮੈਂਟ ਆਫਿਸ ਵਿੱਚ। ਕਦੇ ਆਖੇਗੀ ਗਲਾਂ ਵਿੱਚ ਆਈ ਕਾਰਡ ਪਾ ਕੇ ਆਵੋ। ਹੁਣ ਤਾਂ ਹਾਜ਼ਰੀ ਵੀ ਬਾਇਓਮੈਟ੍ਰਿਕ ਹੋ ਗਈ ਹੈ। ਪੜ੍ਹਦੇ ਸੀ ਅੰਗੂਠਾ ਨਹੀਂ ਲਾਣਾ, ਹੁਣ ਨੱਠੇ ਆਉਂਦੇ ਆ ਕਾਲੀ ਕਾਲੀ ਅੰਗੂਠਾ ਲਾਉਣ ਲਈ। ਘਰ ਬੁੜਾ ਮਰਿਆ ਪਿਆ ਹੋਵੇ ਤੇ ਆਖਣਗੇ ਆਪ ਛੁੱਟੀ ਨਹੀਂ ਕਰ ਸਕਦੇ, ਪਹਿਲਾਂ ਛੁੱਟੀ ਸੈਂਕਸ਼ਨ ਕਰਵਾਓ। ਮੁਲਾਜ਼ਮਾਂ ਨੂੰ ਤਾਂ ਟਿੱਚ ਜਾਣਦੇ ਆ। ਸਾਡੀਆਂ ਗਜ਼ਟਡ ਛੁੱਟੀਆਂ ਵੀ ਹੜੱਪ ਕਰ ਜਾਂਦੇ ਹਨ। ਸਰਕਾਰੀ ਹੁਕਮ ਇਹਨਾਂ ਲਈ ਨਹੀਂ ਬਣੇ, ਐਤਵਾਰ ਨੂੰ ਵੀ ਡਿਊਟੀ ਲਾ ਦਿੰਦੇ ਆ। ਮੇਰਾ ਤਾਂ ਮੈਡਮਾਂ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ। ਡਾਇਰੈਕਟਰ ਮੇਰੇ ਕੋਲੋਂ ਉਂਝ ਤਾਂ ਡਰਦਾ, ਮੇਰੇ ਨਾਲ ਦੂਰੋਂ ਹੀ ਗੱਲ ਕਰਦਾ ਹੈ। ਬਾਕੀ ਪ੍ਰੋਫੈਸਰਾਂ ਦੇ ਕਲਾਸਰੂਮਾਂ ਵਿੱਚ ਜਾ ਕੇ ਬੈਠ ਜਾਂਦਾ ਹੈ ਜਦੋਂ ਉਹ ਕਲਾਸ ਲੈ ਰਹੇ ਹੁੰਦੇ ਹਨ। ਜੇ ਪਤਾ ਲੱਗ ਜਾਵੇ ਅੰਦਰ ਮੈਂ ਪੜ੍ਹਾ ਰਿਹਾ ਤਾਂ ਕਮਰੇ ਦੇ ਮੋਹਰਿਓਂ ਹੀ ਚੁੱਪਚਾਪ ਲੰਘ ਜਾਂਦਾ। ਉਹਨੂੰ ਪਤਾ ਮੇਰੇ ਅੱਖੜ ਦਿਮਾਗ ਦਾ ਪਤਾ ਨਹੀਂ ਕਦੋਂ ਗਰਮ ਹੋ ਜਾਵੇ। ਸੂਈਏ ਰੱਖੇ ਆ ਚਾਰੇ ਪਾਸੇ ਖਬਰਾਂ ਇਕੱਠੀਆਂ ਕਰਨ ਲਈ। ਪੂਰਾ ਕੈਂਪਸ ਹਾਈਟੈਕ ਕੀਤਾ ਹੋਇਆ ਹੈ। ਸਾਰੇ ਪਾਸੇ ਕੈਮਰੇ ਲਾਏ ਹੋਏ ਆ। ਆਪਣੇ AC ਰੂਮ ਵਿੱਚ ਬੈਠ ਕੇ ਸਾਰਾ ਪ੍ਰਬੰਧ ਮੈਨੇਜ ਕਰਦਾ ਹੈ। ਅੱਜ ਕੁਝ ਵਿਦਿਆਰਥੀ ਆ ਗਏ। ਇਕੱਠੇ ਹੋ ਕੇ ਕਾਲਜ ਦੇ ਗੇਟ ਮੋਹਰੇ ਲੱਗ ਪਏ ਨਾਅਰੇਬਾਜ਼ੀ ਕਰਨ। ਡਾਇਰੈਕਟਰ ਦਾ ਪੁਤਲਾ ਸਾੜ ਦਿੱਤਾ। ਰਿਜ਼ਰਵ ਕੈਟਾਗਰੀ ਵਿਦਿਆਰਥੀਆਂ ਦੇ ਨਕਲੀ ਦਾਖਲੇ ਕਰਕੇ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੈਸਾ ਅੰਦਰ ਖਾਤੇ ਹੀ ਵਿਦਿਆਰਥੀ ਖਾਤਿਆਂ ਚੋਂ ਕਢਵਾ ਲਿਆ। ਜਦੋਂ ਵਿਦਿਆਰਥੀ ਦਾਖਲ ਹੁੰਦਾ
ਉਦੋਂ ਉਸ ਦਾ ਅਸਲੀ ਸਰਟੀਫਿਕੇਟ ਦੱਬ ਲਿਆ ਜਾਂਦਾ ਹੈ। ਉਹ ਛੱਡ ਕੇ ਨਹੀਂ ਜਾ ਸਕਦਾ। ਜੇ ਚਲਾ ਵੀ ਜਾਵੇ ਤਾਂ ਸਰਕਾਰੀ ਪੈਸਾ ਤਾਂ ਕਾਲਜ ਨੂੰ ਆਉਂਦਾ ਹੀ ਰਹਿੰਦਾ ਹੈ। ਜਿੰਨੀ ਦੇਰ ਕੋਰਸ ਦੀ ਸੀਮਾ ਉਨੀ ਦੇਰ ਸਮਝੋ ਅਸਲੀ ਸਰਟੀਫਿਕੇਟ ਦੱਬੇ। ਇਹਨਾਂ ਸਰਟੀਫਿਕੇਟਾਂ ਜ਼ਰੀਏ ਖਜ਼ਾਨਾ ਭਰਦਾ ਹੈ। ਪਤਾ ਨਹੀਂ ਕਿੰਨੇ ਸਾਲਾਂ ਤੋਂ ਇਹ ਗੋਰਖ ਧੰਦਾ ਚੱਲ ਰਿਹਾ ਹੈ। ਹੁਣ ਵਿਦਿਆਰਥੀ ਵੀ ਕੱਚੇ ਨਹੀਂ ਹਨ। ਉਹ ਆਪਣੇ ਨਾਲ ਹੀ ਲੈ ਆਏ। ਮੀਡੀਏ ਵਾਲਿਆਂ ਨੂੰ डायरेक्टर ने डरदे ने मैनू फोन किया, आप इन बच्चों से बात करो, इनको समझा बुझाकर घर भेज दो। आप फिर लुकदा फिरे डरदा मारा। डायरेक्टर सारे स्टाफ पे दबाव पा रहा है, अधिक से अधिक आप ऐसी बच्चों को एडमिशन करे। अगर आप कम एडमिशनें करवाएंगे तो आपका इंक्रीमेंट नहीं लगेगा। जिन्नियां ਵੱਧ ਐਡਮਿਸ਼ਨਾਂ ਆਉਣਗੀਆਂ ਉਨਾ ਹੀ ਪੋਸਟ ਮੈਟ੍ਰਿਕ ਦਾ ਵੱਧ ਫੰਡ ਛਕਣ ਨੂੰ ਮਿਲ ਜਾਵੇਗਾ। ਬੱਚੇ ਤਾਂ ਦੌੜ ਰਹੇ ਹਨ ਵਿਦੇਸ਼ਾਂ ਨੂੰ। ਹਰੇਕ ਸਾਲ ਬਥੇਰੀਆਂ ਡੰਮੀ ਐਡਮਿਸ਼ਨਾਂ ਕਰ ਕਰਕੇ ਇਹਨਾਂ ਨੇ ਛਕਿਆ ਹੈ ਹੇਰਾ ਫੇਰੀਆਂ ਨਾਲ ਮਾਲ। 4 ਮਹੀਨੇ ਬੀਤ ਗਏ ਹਨ, ਸੈਲਰੀ ਦਾ ਅਜੇ ਤੱਕ ਕੋਈ ਨਾਮੋ ਨਿਸ਼ਾਨ ਨਹੀਂ ਹੈ। ਕੰਮ 3 ਬੰਦਿਆਂ ਦਾ ਇੱਕੋ ਬੰਦੇ ਕੋਲੋਂ ਲਿਆ ਜਾ ਰਿਹਾ ਹੈ। ਮੈਂ ਤਾਂ ਅੱਧੀ ਰਾਤ ਤੱਕ ਲੈਕਚਰ ਹੀ ਤਿਆਰ ਕਰਦਾ ਰਹਿੰਦਾ ਹਾਂ, ਫਿਰ ਨੀਂਦ ਨਹੀਂ ਆਉਂਦੀ। ਹਰੇਕ ਮਹੀਨੇ ਕਿਸ਼ਤਾਂ ਨਹੀਂ ਦੇ ਹੁੰਦੀਆਂ। ਤੜਕੇ ਜਾ ਕੇ ਮਾੜੀ ਜਹੀ ਅੱਖ ਲੱਗੀ ਸੀ। ਸੁਣਦੇ ਹੋ, ਕਾਲਜ ਨਹੀਂ ਜਾਣਾ? ਪਤਨੀ ਆਵਾਜ਼ ਮਾਰਦੀ ਹੈ। ਮੈਂ ਬਗੈਰ ਰੋਟੀ ਖਾਦੇ ਹੀ ਨੱਠ ਜਾਂਦਾ ਹਾਂ। ਮੇਰਾ ਪਾਰਾ ਤਾਂ ਅੰਦਰੋਂ ਅੰਦਰੀ ਬਹੁਤ ਚੜਿਆ ਪਿਆ ਹੈ। ਬਾਕੀ ਸਟਾਫ ਤਾਂ ਕੁਝ ਬੋਲਣਾ ਹੀ ਨਹੀਂ ਚਾਹੁੰਦਾ। ਜੇ ਬੋਲਣਗੇ ਤਾਂ ਅੱਗੇ ਹੀ ਬਥੇਰੇ ਲੋਕ ਬੇਰੁਜ਼ਗਾਰ ਫਿਰ ਰਹੇ ਹਨ। 15,000 ਵਿੱਚ ਇਹਨਾਂ 3 ਨਵੇਂ ਬੰਦੇ ਰੱਖ ਲੈਣੇ ਹਨ। ਇਹਨਾਂ ਵਿਦਿਆ ਦੀਆਂ ਫੈਕਟਰੀਆਂ ਨੂੰ ਵਿਦਿਆ ਦੀ ਕੁਆਲਿਟੀ ਨਾਲ ਕੋਈ ਮਤਲਬ ਨਹੀਂ, ਬਸ ਜੇਬ ਭਰਨੀ ਚਾਹੀਦੀ ਹੈ। ਅੱਜ ਮੈਂ ਮਨ ਬਣਾ ਲਿਆ ਹੈ, ਸਭ ਕੁਝ ਮੇਰੇ ਹੱਥਾਂ ਵਿੱਚੋਂ ਹੀ ਹੋ ਕੇ ਜਾਂਦਾ ਹੈ। ਮੈਂ ਸਾਰੇ ਪ੍ਰੂਫ ਇਕੱਠੇ ਕਰਕੇ ਸੈਂਟਰ ਗਵਰਨਮੈਂਟ ਦੇ ਦਫ਼ਤਰ ਨੂੰ ਬਕਾਇਦਾ ਰਿਕਾਰਡ ਲਾ ਕੇ ਇੱਕ ਲੈਟਰ ਮੇਲ ਕਰ ਦਿੰਦਾ ਹਾਂ। ਇਸ ਖਤ ਵਿੱਚ ਸਾਰਾ ਰਿਕਾਰਡ ਹੈ। ਕਿੰਨੇ ਪੋਸਟ ਮੈਟ੍ਰਿਕ ਸਕੀਮ ਦੇ ਬੱਚੇ ਕਾਲਜ ਨਹੀਂ ਆ ਰਹੇ, ਕਿੰਨਿਆਂ ਦੀਆਂ ਜਾਲੀ ਐਡਮਿਸ਼ਨਾਂ ਹਨ, ਕਿੰਨਾ ਫੰਡ ਕਾਗਜ਼ਾਂ ਵਿੱਚ ਹੀ ਖਾ ਲਿਆ ਗਿਆ ਹੈ। ਅਖੀਰ ਇਨਕੁਆਇਰੀ ਕਈ ਸੈਂਟਰ ਵੱਲੋਂ ਇੱਕ ਪੈਨਲ ਬਿਠਾਇਆ ਜਾਂਦਾ ਹੈ। ਅੱਜ ਮੈਂ ਮਨ ਬਣਾ ਲਿਆ ਹੈ, ਸਭ ਕੁਝ ਮੇਰੇ ਹੱਥਾਂ ਵਿੱਚੋਂ ਹੀ ਹੋ ਕੇ ਜਾਂਦਾ ਹੈ। ਮੈਂ ਸਾਰੇ ਪ੍ਰੂਫ ਇਕੱਠੇ ਕਰਕੇ ਸੈਂਟਰ ਗਵਰਨਮੈਂਟ ਦੇ ਦਫ਼ਤਰ ਨੂੰ ਬਕਾਇਦਾ ਰਿਕਾਰਡ ਲਾ ਕੇ ਇੱਕ ਲੈਟਰ ਮੇਲ ਕਰ ਦਿੰਦਾ ਹਾਂ। ਇਸ ਖਤ ਵਿੱਚ ਸਾਰਾ ਰਿਕਾਰਡ ਹੈ। ਕਿੰਨੇ ਪੋਸਟ ਮੈਟ੍ਰਿਕ ਸਕੀਮ ਦੇ ਬੱਚੇ ਕਾਲਜ ਨਹੀਂ ਆ ਰਹੇ, ਕਿੰਨਿਆਂ ਦੀਆਂ ਜਾਲੀ ਐਡਮਿਸ਼ਨਾਂ ਹਨ, ਕਿੰਨਾ ਫੰਡ ਕਾਗਜ਼ਾਂ ਵਿੱਚ ਹੀ ਖਾ ਲਿਆ ਗਿਆ ਹੈ। ਅਖੀਰ ਇਨਕੁਆਇਰੀ ਲਈ ਸੈਂਟਰ ਵੱਲੋਂ ਇੱਕ ਪੈਨਲ ਬਿਠਾਇਆ ਜਾਂਦਾ ਹੈ। ਕੁਝ ਹੀ ਮਹੀਨਿਆਂ ਮਗਰੋਂ ਕਮੇਟੀ ਰਿਪੋਰਟ ਪੇਸ਼ ਕਰਦੀ ਹੈ। 99% ਫੰਡ ਦੀ ਦੁਰਵਰਤੋਂ ਕੀਤੀ ਗਈ ਸਾਬਤ ਹੋ ਜਾਂਦੀ ਹੈ। ਮੈਨੇਜਮੈਂਟ ਇਸ ਗਵਨ ਵਿੱਚੋਂ ਬਚ ਨਿਕਲਦੀ ਹੈ ਤੇ ਡਾਇਰੈਕਟਰ, ਜਿਸ ਦੇ ਹਰ ਇੱਕ ਡਾਕੂਮੈਂਟਸ ਉੱਪਰ ਸਾਈਨ ਸਨ, ਜੇਲ੍ਹ ਵਿੱਚ ਬੈਠਾ ਸਜ਼ਾ ਭੁਗਤ ਰਿਹਾ ਹੈ। ਇੱਕ ਮੈਂ RTI ਟੈਕਨੀਕਲ ਬੋਰਡ ਨੂੰ ਪੇਪਰ ਮਾਰਕਿੰਗ ਦੇ ਪੈਸਿਆਂ ਲਈ ਪਾਈ, ਉਸ ਦਾ ਜਵਾਬ ਹੀ ਨਹੀਂ ਆਇਆ। ਮੈਂ ਕੰਜ਼ਿਊਮਰ ਕੋਰਟ ਨਿਆਂ ਦੀ ਉਮੀਦ ਲਈ ਆਪਣਾ ਕੇਸ ਭੇਜਿਆ। ਉਹ ਲੰਮੀਆਂ ਤਰੀਕਾਂ ਪਈ ਗਈਆਂ। ਕੰਜ਼ਿਊਮਰ ਕੋਰਟ ਵੀ ਬਿਕਾਊ ਮਹਿਕਮਾ ਹੀ ਨਿਕਲਿਆ। ਮੇਰੇ ਹੱਥ ਪੱਲੇ ਅਨਿਆਂ ਹੀ ਪਿਆ ਤੇ ਹੁਣ ਮੈਂ ਆਪਣੀ ਫਾਈਲ ਤਿਆਰ ਕਰਕੇ ਵਿਦੇਸ਼ ਜਾਣ ਦੀ ਤਿਆਰੀ ਵਿੱਚ ਹਾਂ। ਸਾਥੀਓ, ਤੁਸੀਂ ਹੁਣੇ ਹੀ ਆਨੰਦ ਮਾਣਿਆ ਬਾਪੂ ਦਾ ਇੰਜੀਨੀਅਰ ਪੁੱਤਰ ਕਹਾਣੀ ਦਾ। ਸੋ ਆਪਨੇ ਸਮਾਂ ਦਿੱਤਾ, ਇਸ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।